ਵਾਹਿਗੁਰੂ ਸਾਹਿਬ ਜੀਓ। ਭਾ ਦੋਏ ਪਰਮ ਪੁਲਾਣੀਆਂ, ਦੂਜੇ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨ ਸਸੀ, ਤਿਤ ਵਿਲੈ ਕਹਿਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੈ ਨਾ ਦੇਣੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ, ਸਿਆਹੋ ਹੁਆ ਸੇਤ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾ ਦੋਏ ਨਰਕ ਨਾ ਪਾਈਐ, ਗੁਰ ਰਖਣ ਵਾਲਾ ਹੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾ ਦੋਏ ਨਰਕ ਨਾ ਪਾਈਐ, ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਸੰਗੀ ਜਨੋ, ਚੜ੍ਹਿਆ ਹੋਇਆ ਇਹ ਨਵਾਂ ਮਹੀਨਾ, ਜਿਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਜੋ ਉਪਦੇਸ਼ ਅਸੀਂ ਕਮਾਉਣਾ ਹੈ, ਜਿਸ ਉਪਦੇਸ਼ ਦੇ ਉੱਤੇ ਆਪਾਂ ਚੱਲਣਾ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਸ ਪਾਵਨ ਬਚਨ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਚੜ੍ਹਿਆ ਹੋਇਆ ਭਾਦੋਂ ਦਾ ਇਹ ਮਹੀਨਾ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ, ਭਾ ਦੋਏ ਭਰਮ ਪੋਲਾਣੀਆਂ, ਦੂਜੇ ਲੱਗਾ ਹੇਤ। ਭਾ ਦੋਏ ਸਾਹਿਬ ਕਹਿਣ ਲੱਗੇ, ਜਿੱਥੇ ਦੋ ਭਾ ਇਕੱਠੇ ਹੋ ਜਾਵਣ। ਖਿਆਲ ਕਰਨਾ, ਭਰਮ ਉੱਥੇ ਪੈਦਾ ਹੁੰਦਾ ਹੈ ਜਿਸ ਜਗ੍ਹਾ ਦੇ ਉੱਤੇ ਦੋ ਬਖਰੇਵੇਂ ਬਣ ਜਾਵਣ। ਮਨੁੱਖ ਸਿੱਧਾ ਤੁਰਿਆ ਹੈ, ਸਿੱਧਾ ਤੁਰਿਆ ਰਹਿੰਦਾ ਹੈ, ਪਰ ਕਿਤੇ ਦੋ ਰਸਤੇ ਪੈਦਾ ਹੋ ਜਾਵਣ। ਮਨੁੱਖ ਦੇ ਮਨ ਵਿੱਚ ਵਿਚਾਰ ਆਉਣ ਲੱਗ ਪੈਂਦਾ ਹੈ ਵੀ ਇਹਨਾਂ ਦੇ ਵਿੱਚੋਂ ਕਿਹੜਾ ਰਸਤਾ ਸਹੀ ਹੈ, ਕਿਹੜਾ ਗਲਤ ਹੈ। ਅਕਸਰ ਚੌਂਕਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਰਸਤੇ ਪੁੱਛਦੇ ਹੋਏ ਵੇਖਿਆ ਹੋਵੇਗਾ। ਉਹਦਾ ਕਾਰਨ ਇਹੀ ਹੁੰਦਾ ਹੈ ਵੀ ਅਣਜਾਣ ਮਨੁੱਖ ਚੌਂਕ ਦੇ ਉੱਤੇ ਆ ਕੇ ਜਿੱਥੇ ਰਸਤੇ ਜ਼ਿਆਦਾ ਹੋ ਜਾਵਣ, ਉੱਥੇ ਫਿਰ ਭਰਮ ਦੇ ਵਿੱਚ ਪੈ ਜਾਂਦਾ, ਭੁਲੇਖੇ ਵਿੱਚ ਪੈ ਜਾਂਦਾ ਹੈ ਵੀ ਸਹੀ ਰਸਤਾ ਕਿਹੜਾ ਹੈ ਤੇ ਗਲਤ ਰਸਤਾ ਕਿਹੜਾ ਹੈ। ਸਤਿਗੁਰੂ ਮਹਾਰਾਜ ਜੀ ਨੇ ਵੀ ਇਹੀ ਗੱਲ ਪਾਵਨ ਬਚਨ ਦੇ ਵਿੱਚ ਕਹੀ ਹੈ ਕਿ ਮਨੁੱਖ ਦੋ ਭਾ ਦੇ ਵਿੱਚ ਆ ਕੇ, ਭਰਮ ਦੇ ਵਿੱਚ ਪੈ ਕੇ ਤੇ ਉਸ ਪਰਮੇਸ਼ਰ ਨੂੰ ਭੁੱਲਿਆ ਹੋਇਆ, ਤੇ ਦੂਜੇ ਦਾ ਮਤਲਬ ਪਰਮੇਸ਼ਰ ਦੀ ਬਣਾਈ ਹੋਈ ਕੁਦਰਤ ਹੈ, ਉਸ ਦੇ ਉੱਤੇ ਆਪਣਾ ਅਕੀਦਾ ਰੱਖ ਕੇ ਤੇ ਆਪਣੇ ਜੀਵਨ ਦੇ ਅੰਦਰ ਦੁੱਖ ਭੋਗਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਬੜੀ ਸਪਸ਼ਟ ਗੱਲ ਕਹਿ ਦਿੱਤੀ ਵੀ ਉਹ ਪਰਮੇਸ਼ਰ ਹੀ ਇੱਕ ਹੈ, ਜਿਹੜਾ ਪਰਮੇਸ਼ਰ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ। ਪਰ ਮਨੁੱਖ ਸੰਸਾਰ ਦੇ ਵਿੱਚ ਆਇਆ ਤੇ ਇਹ ਸਾਰਾ ਸੰਸਾਰ ਜਿਹੜਾ ਹੈ ਉਹ ਸਥੂਲ ਹੈ। ਵਸਤੂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਸਥੂਲ ਤੇ ਦੂਸਰੀਆਂ ਸੂਖਮ। ਹੁਣ ਜੀਵ ਸੰਸਾਰ ਦੇ ਵਿੱਚ ਆਇਆ, ਇਹ ਸੰਸਾਰ ਸਥੂਲ ਸੀ। ਜੀਵ ਦਾ ਸਰੀਰ ਜਿਹੜਾ ਉਹ ਸਥੂਲ ਸੀ, ਇਹਦੇ ਅੰਗ ਸਥੂਲ ਸਨ, ਸਭ ਕੁਝ ਸਥੂਲ ਸੀ। ਇਹਦਾ ਵਾਹ ਜਿਹੜਾ ਸੀ, ਸਾਰਾ ਕੁਝ ਸਥੂਲ ਦੇ ਨਾਲ ਪਿਆ। ਸਥੂਲ ਦਾ ਮਤਲਬ ਹੁੰਦਾ ਜਿਸ ਚੀਜ਼ ਨੂੰ ਅਸੀਂ ਪਕੜ ਸਕਦੇ ਹਾਂ, ਦੇਖ ਸਕਦੇ ਹਾਂ। ਸੂਖਮ ਵਸਤੂ ਉਹ ਹੁੰਦੀ ਹੈ ਜਿਸ ਨੂੰ ਅਸੀਂ ਪਕੜ ਨਹੀਂ ਸਕਦੇ, ਵੇਖ ਨਹੀਂ ਸਕਦੇ, ਕੇਵਲ ਉਸ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਹੁਣ ਪਰਮੇਸ਼ਰ ਮਹਿਸੂਸ ਕਰਨ ਵਾਲਾ ਹੈ, ਉਹਦੀ ਹੋਂਦ ਮਹਿਸੂਸ ਕਰਨ ਵਾਲੀ ਹੈ, ਉਹ ਸੂਖਮ ਹੈ। ਉਹ ਇਹਨਾਂ ਅੱਖਾਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਜਿਹੜੀਆਂ ਸਥੂਲ ਨੇ।
ਤੇ ਇਸੇ ਕਰਕੇ ਫਿਰ ਇਹ ਭਰਮ ਦੇ ਵਿੱਚ ਪੈ ਜਾਂਦਾ ਹੈ। ਪਰਮੇਸ਼ਰ ਨੂੰ ਇਹ ਆਪਣੀਆਂ ਅੱਖਾਂ ਦੇ ਨਾਲ ਵੇਖ ਨਹੀਂ ਸਕਦਾ, ਮਹਿਸੂਸ ਕਰਨ ਦੇ ਵਿੱਚ ਇਹ ਯਤਨ ਨਹੀਂ ਕਰਦਾ, ਜਿਹਦਾ ਨਤੀਜਾ ਇਹ ਨਿਕਲਦਾ ਹੈ ਕਿ ਇਹ ਭਰਮ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਅਜਾਈਂ ਗਵਾ ਲੈਂਦਾ ਹੈ। ਬਾਬਾ ਨਾਮਦੇਵ ਜੀ ਨੇ ਸਾਡੇ ਸਨਮੁਖ ਇੱਕ ਬੜੀ ਪਿਆਰੀ ਗੱਲ ਕਹੀ ਹੈ। ਬਾਬਾ ਨਾਮਦੇਵ ਜੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਉਹ ਪਰਮੇਸ਼ਰ ਦੀ ਖੇਡ ਕਿਹੋ ਜਿਹੀ ਹੈ, ਉਦਾਹਰਨਾਂ ਦੇ ਕੇ ਸਮਝਾਉਂਦੇ ਨੇ। ਕਹਿੰਦੇ ਨੇ ਵੀ ਇੱਕ ਧਾਗਾ ਹੈ ਤੇ ਉਸ ਧਾਗੇ ਦੇ ਵਿੱਚ ਹਜ਼ਾਰਾਂ ਮਣਕੇ ਪਰੋ ਕੇ ਮਾਲਾ ਬਣਾ ਲਈ ਜਾਂਦੀ ਹੈ। ਅਸਲ ਦੇ ਵਿੱਚ ਉਸ ਮਣਕਿਆਂ ਨੂੰ ਇਕੱਠਾ ਕਰਨ ਵਾਲਾ ਜਿਹੜਾ ਹੈ ਉਹ ਧਾਗਾ ਹੈ। ਜੇ ਧਾਗਾ ਟੁੱਟ ਜਾਵੇ ਤੇ ਮਣਕੇ ਕੱਲੇ ਕੱਲੇ ਹੋ ਜਾਂਦੇ ਨੇ, ਪਰ ਮਨੁੱਖ ਮਣਕਿਆਂ ਨੂੰ ਹੀ ਮਾਲਾ ਸਮਝ ਕੇ ਤੇ ਧਾਗੇ ਵੱਲ ਧਿਆਨ ਨਹੀਂ ਜੀ ਦਿੰਦਾ। ਦੂਸਰੀ ਉਦਾਹਰਨ ਦਿੰਦੇ ਨੇ ਵੀ ਜਦੋਂ ਮਨੁੱਖ ਕੱਪੜਾ ਬੁਣਦਾ ਹੈ, ਉਹਦੇ ਵਿੱਚ ਇੱਕ ਤਾਣਾ ਹੁੰਦਾ ਹੈ, ਦੂਜਾ ਪੇਟਾ ਹੁੰਦਾ ਹੈ। ਇੱਕ ਦੂਜੇ ਦੇ ਉੱਪਰ ਇਵੇਂ ਇੱਕ ਦੂਜੇ ਦੇ ਵਿੱਚ ਫਸ ਕਰਕੇ ਉਹ ਕੱਪੜਾ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ, ਪਰ ਅਸਲ ਦੇ ਵਿੱਚ ਉਹ ਹੈ ਸੂਤਰ, ਭਾਵੇਂ ਉਹਨੂੰ ਪੇਟਾ ਕਹਿ ਦੋ ਤੇ ਭਾਵੇਂ ਉਹਨੂੰ ਤਾਣਾ ਕਹਿ ਦੋ। ਤੀਸਰੀ ਉਦਾਹਰਨ ਦਿੰਦੇ ਨੇ ਕਿ ਜਿਵੇਂ ਪਾਣੀ ਹੈ, ਪਾਣੀ ਦੇ ਵਿੱਚ ਲਹਿਰਾਂ ਵੀ ਉੱਠਦੀਆਂ ਨੇ, ਤਰੰਗਾਂ ਵੀ ਉੱਠਦੀਆਂ ਨੇ, ਬੁਲਬਲੇ ਵੀ ਉੱਠਦੇ ਨੇ, ਝੱਗ ਵੀ ਪੈਦਾ ਹੁੰਦੀ ਹੈ, ਹੋਰ ਅਨੇਕਾਂ ਰੂਪ ਨੇ, ਭਾਫ ਰੂਪ ਦੇ ਵਿੱਚ ਵੀ ਉੱਡਦਾ ਹੈ, ਪਰ ਅਸਲ ਦੇ ਵਿੱਚ ਹੈ ਉਹ ਪਾਣੀ। ਮਨੁੱਖ ਦੀ ਅੱਖ ਜਿਹੜੀ ਹੈ ਉਹ ਵੱਖਰੇ ਵੱਖਰੇ ਰੂਪ ਦੇਖ ਕੇ ਤੇ ਉਹਨੂੰ ਵੱਖਰਾ ਵੱਖਰਾ ਸਮਝ ਲੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਵਨ ਬਚਨਾਂ ਦੇ ਅੰਦਰ ਹੈ ਉਹ ਪਰਮੇਸ਼ਰ। ਉਸ ਪਰਮੇਸ਼ਰ ਨੇ ਬਣਾਈ ਹੋਈ ਇਹ ਸਾਰੀ ਕੁਦਰਤ ਹੈ। ਹੁਣ ਮਨੁੱਖ ਉਸ ਪਰਮੇਸ਼ਰ ਦੇ ਵਿੱਚ ਨੂੰ ਜਿਹੜਾ ਕੁਦਰਤ ਦੇ ਵਿੱਚ ਵਸਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਉਹਦੇ ਵਿੱਚ ਵਸਿਆ ਹੋਇਆ, ਉਹਨੂੰ ਜਾਣਨ ਦੀ ਬਜਾਏ ਕੁਦਰਤ ਨੂੰ ਸਭ ਕੁਝ ਮੰਨ ਕੇ ਤੇ ਭਰਮ ਭੁਲੇਖੇ ਦੇ ਵਿੱਚ ਪੈ ਗਿਆ। ਬਾਬਾ ਨਾਮਦੇਵ ਜੀ ਸਾਡੀ ਅਗਵਾਈ ਕਰਦੇ ਨੇ, ਕਹਿੰਦੇ ਨੇ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿਤਰ ਬਚਿਤਰ ਬਮੋਹਿਤ ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਜਲ ਤਰੰਗ ਔਰ ਫੇਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ। ਏ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਮਿਥਿਆ ਭਰਮ ਔਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਸੋ ਕ੍ਰਿਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ। ਬਾਬਾ ਨਾਮਦੇਵ ਜੀ ਕਹਿੰਦੇ ਨੇ ਮਨੁੱਖ ਨੂੰ ਸੁਪਨ ਦੇ ਵਿੱਚ ਪਦਾਰਥ ਵੀ ਸਤ ਮੰਨੇ ਲੱਗ ਪੈਂਦਾ ਹੈ, ਪਰ ਅਸਲ ਦੇ ਵਿੱਚ ਉਹ ਸੁਪਨਾ ਵੀ ਇੱਕ ਭਰਮ ਹੈ। ਤੇ ਅਖੀਰ ਵਿੱਚ ਕਹਿੰਦੇ ਨੇ ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੇ ਵਿਚਾਰੀ। ਉਸ ਪਰਮੇਸ਼ਰ ਦੀ ਇਹ ਰਚਨਾ ਹੈ, ਇਹਨੂੰ ਵਿਚਾਰ ਕੇ ਵੇਖ। ਘਟ ਘਟ ਅੰਤਰ ਸਰਵ ਨਿਰੰਤਰ, ਕੇਵਲ ਏਕ ਮੁਰਾਰੀ। ਸਾਹਿਬ ਕਹਿਣ ਲੱਗੇ ਬਾਬਾ ਨਾਮਦੇਵ ਜੀ ਘਟ ਘਟ ਅੰਤਰ, ਸਾਰਿਆਂ ਦੇ ਵਿੱਚ ਉਹ ਵਸਿਆ ਹੋਇਆ ਨਿਰੰਤਰ ਲਗਾਤਾਰ, ਪਰ ਹੈ ਕੇਵਲ ਏਕ ਮੁਰਾਰੀ। ਹੈ ਉਹ ਕੇਵਲ ਤੇ ਕੇਵਲ ਇੱਕ ਮੁਰਾਰੀ, ਪਰ ਮਨੁੱਖ ਉਸ ਵਸੇ ਹੋਏ ਪਰਮੇਸ਼ਰ ਨੂੰ ਵੇਖਦਾ ਨਹੀਂ ਹੈ। ਬਸ ਇਹੀ ਭਰਮ ਹੈ। ਜਦੋਂ ਭਰਮ ਦੇ ਅਸੀਂ ਅੱਖਰੀ ਅਰਥ ਦੇਖਦੇ ਹਾਂ ਤੇ ਭਰਮ ਕੀ ਹੈ, ਭੁਲੇਖਾ ਕੀ ਹੈ, ਜੋ ਅਸਲੀਅਤ ਵਿੱਚ ਕੁਝ ਹੋਰ ਹੋਵੇ ਪਰ ਭਰਮ ਦੇ ਵਿੱਚ ਪੈ ਕੇ ਮਨ ਕੁਝ ਹੋਰ ਬੈਠ ਜਾਵੇ। ਅਚਾਨਕ ਕਿਸੇ ਨੇ ਆਵਾਜ਼ ਮਾਰੀ ਤੇ ਮੁੜ ਕੇ ਮਨੁੱਖ ਦੇਖਦਾ ਹੈ ਵੀ ਆਵਾਜ਼ ਕਿੱਧਰੋਂ ਆਈ ਹੈ। ਆਵਾਜ਼ ਉਸਨੇ ਕਿਸੇ ਹੋਰ ਨੂੰ ਮਾਰੀ ਹੁੰਦੀ ਹੈ, ਪਰ ਮਨੁੱਖ ਭਰਮ ਦੇ ਵਿੱਚ ਪੈ ਜਾਂਦਾ ਵੀ ਸ਼ਾਇਦ ਇਹ ਆਵਾਜ਼ ਮੈਨੂੰ ਮਾਰੀ ਹੈ, ਤੇ ਮੁੜ ਕੇ ਪਰਤ ਕੇ ਵੇਖਦਾ ਹੈ ਕਿ ਮੇਰਾ ਕੋਈ ਜਾਣਕਾਰ ਤੇ ਨਹੀਂ। ਹੁਣ ਜਦੋਂ ਉਹ ਮੁੜ ਕੇ ਪਰਤ ਕੇ ਵੇਖਦਾ ਹੈ ਤੇ ਉਹਨੂੰ ਆਪਣੇ ਆਪ ਅਸਲੀਅਤ ਸਮਝ ਆਉਂਦੀ ਵੀ ਆਵਾਜ਼ ਮਾਰਨ ਵਾਲਾ ਮੈਨੂੰ ਨਹੀਂ ਜਾਣਦਾ, ਮੈਂ ਉਹਨੂੰ ਨਹੀਂ ਜਾਣਦਾ। ਭਰਮ ਦੂਰ ਹੋ ਗਿਆ ਤੇ ਅੱਗੇ ਚਲਾ ਜਾਵੇਗਾ। ਪਰ ਜੇਕਰ ਉਹਦੇ ਕੋਲ ਜਾ ਕੇ ਪੁੱਛਣ ਬੈਠ ਜਾਵੇ, ਤੂੰ ਮੈਨੂੰ ਜਾਣਦਾ ਹੈ, ਮੈਂ ਤੈਨੂੰ ਜਾਣਦਾ ਹਾਂ, ਤੂੰ ਆਵਾਜ਼ ਮੈਨੂੰ ਕਿਉਂ ਮਾਰੀ? ਇਹ ਸਾਰਾ ਭਰਮ ਹੈ
ਤੇ ਭਰਮ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਨਾਲ ਮਨੁੱਖ ਜਿਹੜਾ ਹੈ ਆਪਣਾ ਸਮਾਂ ਤੇ ਪੈਸਾ ਬਰਬਾਦ ਕਰ ਦਿੰਦਾ ਹੈ। ਇਹੀ ਹਾਲਾਤ ਮਨੁੱਖ ਦੀ ਹੈ। ਬਾਬਾ ਰਵਿਦਾਸ ਜੀ ਸਾਡੇ ਸਨਮੁਖ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਸਾਡੇ ਭਰਮ ਭੁਲੇਖੇ ਨੂੰ ਦੂਰ ਕਰਨਾ ਚਾਹੁੰਦੇ ਨੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, अनल अगम जैसे लहर में उदित, जल केवल जल माही, माधवे क्या कहिए भ्रम ऐसा, जैसा मानिए होए ना तैसा। रहाओ रहाओ वाले बंद विच कहंदे ने माधवे क्या कहिए भ्रम ऐसा, भ्रम किहो जिहा कहा जांदा है, जैसा मानिए होए ना तैसा, जिहो जिहा मनुख मन्ने ਉਹੋ ਜਿਹਾ ਅਸਲ ਦੇ ਵਿੱਚ ਨਾ ਹੋਵੇ, ਉਹੋ ਜਿਹਾ ਭਰਮ ਹੈ। ਤੇ ਫਿਰ ਉਦਾਹਰਨਾਂ ਦਿੰਦੇ ਨੇ, ਜਦੋਂ ਤੱਕ ਮੇਰੇ ਅੰਦਰ ਹੰਕਾਰ ਸੀ ਉਨੀ ਦੇਰ ਤੱਕ ਪਰਮੇਸ਼ਰ ਨਹੀਂ, ਤੇ ਜਦੋਂ ਪਰਮੇਸ਼ਰ ਦਾ ਵਾਸਾ ਹੋ ਗਿਆ ਤੇ ਫਿਰ ਹੰਕਾਰ ਦੂਰ ਹੋ ਗਿਆ। ਅਸਲ ਦੇ ਵਿੱਚ ਹੰਕਾਰ ਪਰਮੇਸ਼ਰ ਦੇ ਨਾਲੋਂ ਦੂਰ ਕਰ ਦਿੰਦਾ ਹੈ। ਉਦਾਹਰਨ ਦਿੰਦੇ ਨੇ, ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਸਮੁੰਦਰ ਦੇ ਵਿੱਚੋਂ ਜਵਾਰ ਭਾਟਾ ਹਲਚਲ ਦੇ ਕਾਰਨ ਲਹਿਰਾਂ ਉੱਠੀਆਂ ਨੇ। ਲਹਿਰਾਂ ਉੱਠਣ ਦੇ ਨਾਲ ਕੀ ਹੋਇਆ ਕਿ ਉਹਦੇ ਵਿੱਚ ਹਲਚਲ ਪੈਦਾ ਹੋਈ ਤੇ ਮਨੁੱਖ ਦੀ ਅੱਖਾਂ ਨੇ ਸੋਚਿਆ ਵੀ ਸ਼ਾਇਦ ਇਹ ਪਾਣੀ ਵੱਖਰਾ ਹੈ ਤੇ ਲਹਿਰਾਂ ਵੱਖਰੀਆਂ ਨੇ। ਅਸਲ ਦੇ ਵਿੱਚ ਉਹ ਪਾਣੀ ਦਾ ਹੀ ਰੂਪ ਹੈ। ਦੂਸਰੀ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਵੀ ਇੱਕ ਰਾਜਾ ਸਿੰਘਾਸਣ ਦੇ ਉੱਤੇ ਬੈਠਾ ਹੋਇਆ ਤੇ ਉਹਨੂੰ ਸਿੰਘਾਸਣ ਦੇ ਉੱਤੇ ਬੈਠਿਆਂ ਹੋਇਆਂ ਨੀਂਦ ਆ ਗਈ। ਹੁਣ ਨੀਂਦ ਦੇ ਵਿੱਚ ਉਹਦਾ ਜਨਮ ਕਿਸੇ ਗਰੀਬ ਘਰ ਦੇ ਵਿੱਚ ਹੋਇਆ। ਘਰ ਦੇ ਵਿੱਚ ਰੋਟੀ ਖਾਣ ਨੂੰ ਨਹੀਂ ਹੈ ਤੇ ਉਹ ਮੰਗ ਮੰਗ ਕੇ ਖਾ ਰਿਹਾ ਹੈ। ਕਿਸੇ ਦਰ ਦੇ ਉੱਤੇ ਜਾਂਦਾ, ਕਦੀ ਕਿਸੇ ਦਰ ਦੇ ਉੱਤੇ ਜਾਂਦਾ। ਅਚਾਨਕ ਕਿਸੇ ਨੇ ਠੋਕਰ ਮਾਰ ਦਿੱਤੀ, ਕਬੋਲ ਬੋਲ ਦਿੱਤੇ, ਮਾੜਾ ਬਚਨ ਉੱਚੀ ਦੇਣੀ ਬੋਲ ਦਿੱਤਾ ਤੇ ਉਸ ਉੱਚੀ ਦੇਣੀ ਸੁਪਨੇ ਦੇ ਵਿੱਚ ਬੋਲਿਆ ਹੋਇਆਂ ਠੋਕਰ ਵੱਜਿਆਂ ਤੇ ਅਚਾਨਕ ਉਹਦੀ ਅੱਖ ਜਿਹੜੀ ਸੀ ਪਰਤ ਕੇ ਖੁੱਲ ਗਈ। ਆਲੇ ਦੁਆਲੇ ਵੇਖਦਾ ਵੀ ਮੇਰੇ ਆਲੇ ਦੁਆਲੇ ਤੇ ਮੇਰੇ ਦਰਬਾਨ ਬੈਠੇ ਹੋਏ ਨੇ, ਸਿਪਾਹੀ ਖੜੇ ਹੋਏ ਨੇ, ਮੇਰੇ ਗਲ ਦੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਨੇ, ਮੈਂ ਤੇ ਜਿਸ ਸਿੰਘਾਸਣ ਦੇ ਉੱਤੇ ਬੈਠਾ ਬੜਾ ਕੀਮਤੀ ਸਿੰਘਾਸਣ ਹੈ, ਸਭ ਕੁਝ ਤੇ ਮੇਰਾ ਹੀ ਹੈ, ਮੈਂ ਤੇ ਰਾਜਾ ਹਾਂ। ਮੈਂ ਤੇ ਇੱਕ ਹੁਕਮ ਕਰਾਂ ਤੇ ਕਈ ਭਿਖਾਰੀਆਂ ਨੂੰ ਅਮੀਰ ਬਣਾ ਦੇਵਾਂ, ਪਰ ਆਹ ਕੀ, ਮੈਂ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ ਤੇ ਭਿਖਾਰੀ ਬਣ ਕੇ ਲੋਕਾਂ ਦੇ ਦਰ ਦੇ ਉੱਤੇ ਖੁਦ ਮੰਗਣ ਲੱਗ ਪਿਆ। ਅਸਲ ਦੇ ਵਿੱਚ ਜਿਵੇਂ ਉਹਨੂੰ ਸੁਪਨਾ ਆਇਆ, ਰਾਜੇ ਨੂੰ ਨੀਂਦ ਆਈ ਤੇ ਉਹਦਾ ਜਿਹੜਾ ਸਬੰਧ ਸੀ ਉਹ ਰਾਜ ਦੇ ਨਾਲੋਂ ਟੁੱਟ ਗਿਆ। ਸੁਪਨੇ ਦੇ ਵਿੱਚ ਉਹਦਾ ਸਬੰਧ ਜਿਹੜਾ ਸੀ ਗਰੀਬ ਘਰ ਦੇ ਨਾਲ ਬਣ ਗਿਆ ਸੀ। ਉਹ ਸੁਪਨਾ ਸੀ, ਉਹ ਭਰਮ ਭੁਲੇਖਾ। ਤੇ ਬਾਬਾ ਰਵਿਦਾਸ ਜੀ ਕਹਿੰਦੇ ਨੇ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਪਖਾਰੀ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਬਾਬਾ ਰਵਿਦਾਸ ਜੀ ਕਹਿੰਦੇ ਨੇ, ਸਾਡੀ ਹਾਲਾਤ ਵੀ ਇਹੋ ਜਿਹੀ ਹੈ। ਅਸੀਂ ਵੀ ਦੁਨੀਆ ਦੀ ਮੋਹ ਮਾਇਆ ਦੇ ਵਿੱਚ ਸੁੱਤੇ ਹੋਏ, ਪਰਮੇਸ਼ਰ ਦੇ ਪੁੱਤਰ ਹੋਣ ਦੇ ਬਾਵਜੂਦ ਪਰਮੇਸ਼ਰ ਦੇ ਨਾਲੋਂ ਸੰਬੰਧ ਤੋੜ ਲਿਆ ਤੇ ਰੱਬ ਦੇ ਨਾਲੋਂ ਸੰਬੰਧ ਟੁੱਟਿਆ। ਸਾਹਿਬ ਕਹਿਣ ਲੱਗੇ, ਫਿਰ ਦੁੱਖ ਪਾਇਆ। ਇਹੋ ਜੀ ਅਵਸਥਾ ਫਿਰ ਸਾਡੀ ਬਣ ਜਾਂਦੀ ਹੈ। ਅੱਗੇ ਉਦਾਹਰਨ ਦਿੰਦੇ ਨੇ, ਕਹਿੰਦੇ ਨੇ, ਰਾਜ ਪਿਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਬਾਬਾ ਰਵਿਦਾਸ ਜੀ ਕਹਿੰਦੇ, ਰਸਤੇ ਵਿੱਚ ਕੋਈ ਮਨੁੱਖ ਤੁਰਿਆ ਜਾਂਦਾ ਸੀ, ਰਸਤਾ ਹਨੇਰਾ ਸੀਗਾ ਤੇ ਹਨੇਰੇ ਦੇ ਵਿੱਚ ਉਹਨੇ ਦੇਖਿਆ ਰੱਸੀ ਨੂੰ, ਪਰ ਉਹਦਾ ਭਰਮ ਪੈਦਾ ਹੋ ਗਿਆ ਵੀ ਸ਼ਾਇਦ ਇਹ ਸੱਪ ਹੈ, ਕਿਉਂਕਿ ਹਨੇਰਾ ਮਨੁੱਖ ਨੂੰ ਗਿਆਨ ਦੇ ਨਾਲੋਂ ਤੋੜ ਦਿੰਦਾ, ਅਸਲੀਅਤ ਨਾਲੋਂ ਤੋੜ ਦਿੰਦਾ ਹੈ। ਤੇ ਉਹ ਫਿਰ ਖਲੋ ਗਿਆ। ਔਰ ਖਿਆਲ ਕਰਨਾ, ਅਗਿਆਨਤਾ ਜਿਹੜੀ ਹੈ, ਭਰਮ ਜਿਹੜਾ ਹੈ, ਉਹ ਬੜਾ ਖਤਰਨਾਕ ਹੁੰਦਾ ਹੈ। ਹੁਣ ਮਨੁੱਖ ਤੁਰਿਆ ਜਾਂਦਾ ਹੋਵੇ, ਰਸਤੇ ਵਿੱਚ ਰੱਸੀ ਹੋਵੇ, ਸੱਪ ਸਮਝ ਕੇ ਖਲੋ ਜਾਵੇ ਤੇ ਸਮਾਂ ਬਰਬਾਦ ਹੋ ਜਾਏਗਾ।
ਅੱਗੇ ਸੱਪ ਹੋਵੇ ਉਹਨੂੰ ਰੱਸੀ ਸਮਝ ਕੇ ਅੱਗੇ ਤੁਰ ਜਾਵੇ, ਸੱਪ ਡਸ ਲਵੇ ਤੇ ਫਿਰ ਵੀ ਮੌਤ ਦੇ ਮੂੰਹ ਵਿੱਚ ਚਲਾ ਜਾਵੇਗਾ, ਫਿਰ ਵੀ ਖਤਰਾ ਹੈ। ਅਸਲੀਅਤ ਜਾਣਨਾ ਬੜਾ ਜ਼ਰੂਰੀ ਹੈ। ਤੇ ਉਹ ਮਨੁੱਖ ਇਵੇਂ ਖਲੋਤਾ, ਪਿੱਛੋਂ ਕੋਈ ਰੋਸ਼ਨੀ ਦਾ ਸਾਧਨ ਲੈ ਕੇ ਆਇਆ, ਕੋਈ ਦੀਵਾ, ਕੋਈ ਟਾਰਚ, ਤੇ ਉਹਨੇ ਮਾਰੀ ਟਾਰਚ ਤੇ ਉਹ ਦੇਖਿਆ ਵੀ ਉਹ ਰੱਸੀ ਸੀ। ਉਸ ਮਨੁੱਖ ਨੇ ਰੱਸੀ ਹੱਥ ਵਿੱਚ ਪਕੜੀ, ਆਪਣੇ ਆਪ ਤੇ ਹੱਸਣ ਲੱਗ ਪਿਆ। ਮੈਂ ਕਿਹੋ ਜਿਹਾ ਭੁਲੇਖੇ ਵਿੱਚ ਪੈ ਗਿਆ, ਕਿਹੋ ਜਿਹਾ ਭਰਮ ਦੇ ਵਿੱਚ ਪੈ ਗਿਆ, ਰੱਸੀ ਨੂੰ ਸੱਪ ਸਮਝ ਕਰਕੇ ਤੇ ਆਪਣਾ ਸਮਾਂ ਬਰਬਾਦ ਕਰ ਲਿਆ। ਸਾਹਿਬ ਕਹਿਣ ਲੱਗੀ ਇਹੋ ਜਿਹੀ ਹਾਲਾਤ ਸਾਡੀ ਹੈ। ਅਸੀਂ ਵੀ ਅਗਿਆਨਤਾ ਦੇ ਅੰਦਰ ਮਾਇਆ ਦੇ ਵਿੱਚ ਫਸੇ ਹੋਏ ਇਵੇਂ ਆਪਣੇ ਜੀਵਨ ਦਾ ਸਮਾਂ ਜਿਹੜਾ ਹੈ ਉਹ ਬਰਬਾਦ ਕਰ ਰਹੇ ਹਾਂ। ਤੇ ਅੱਗੇ ਕਹਿੰਦੇ ਨੇ ਵੀ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣਾ ਆਇਆ, ਵੀ ਸੋਨੇ ਤੋਂ ਕਈ ਪ੍ਰਕਾਰ ਦੇ ਗਹਿਣੇ ਬਣ ਜਾਂਦੇ ਨੇ ਤੇ ਮਨੁੱਖ ਨੂੰ ਭਰਮ ਹੋ ਜਾਂਦਾ ਵੀ ਆਹ ਮੁੰਦਰੀ ਆ, ਆਹ ਚੈਨੀ ਆ, ਪੰਜੇਬਾਂ ਆ, ਕਾਂਟੇ ਨੇ, ਪਰ ਹੈ ਅਸਲ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਸੋਨਾ ਹੀ ਹੈ। ਅਖੀਰ ਵਿੱਚ ਕਹਿੰਦੇ ਨੇ ਸਰਬੈ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਸਾਹਿਬ ਕਹਿਣ ਲੱਗੇ ਸਰਬੈ ਏਕ ਅਨੇਕੈ ਸੁਆਮੀ, ਉਹ ਪਰਮੇਸ਼ਰ ਹੈ ਇੱਕ, ਪਰ ਸਾਰਿਆਂ ਦੇ ਵਿੱਚ ਵਰਤਦਾ ਹੈ। ਤੇ ਉਹ ਪਰਮੇਸ਼ਰ ਕਿਤੇ ਦੂਰ ਨਹੀਂ ਹੈ, ਉਹ ਪਰਮੇਸ਼ਰ ਸਾਡੇ ਬਿਲਕੁਲ ਨਜ਼ਦੀਕ ਹੈ। ਉਹ ਪਰਮੇਸ਼ਰ ਬਿਲਕੁਲ ਸਾਡੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਨੁੱਖ ਫਸਿਆ ਹੋਇਆ ਭਰਮ ਦੇ ਵਿੱਚ ਕੀ ਹਾਲਾਤ ਬਣਦੀ ਹੈ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ, ਸਾਚ ਧਰਮ ਨਹੀਂ ਭਾਵੇ ਡੀਠਾ, ਝੂਠ ਧੋ ਸਿਉ ਰਚਿਓ ਮੀਠਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀ ਮਰਨ ਵਿਚਾਰਾ। ਇਹੋ ਜਿਹਾ ਜੀਵ ਫਿਰ ਦਾਤਾਂ ਦਿੱਤੀਆਂ ਹੋਈਆਂ ਪਰਮੇਸ਼ਰ ਦੀਆਂ ਉਹਦੇ ਵਿੱਚ ਫਸ ਕੇ ਪਰਮੇਸ਼ਰ ਨੂੰ ਵਿਸਾਰ ਦਿੰਦਾ ਹੈ ਤੇ ਇਹਨੂੰ ਮਰਨਾ ਜਿਹੜਾ ਹੈ ਉਹ ਵੀ ਭੁੱਲ ਜਾਂਦਾ ਹੈ। ਅੱਗੇ ਸਾਹਿਬ ਕਹਿੰਦੇ ਨੇ ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੀਤ। ਇਹ ਲੱਖਾਂ ਸ਼ਿੰਗਾਰ ਬਾਹਰੀ ਤੌਰ ਤੇ ਬਣਾ ਲੈਂਦਾ ਹੈ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹਦੇ ਕੀਤੇ ਹੋਏ ਸ਼ਿੰਗਾਰ ਜਿਹੜੇ ਨੇ ਇਹ ਕਿਸੇ ਕੰਮ ਨਹੀਂ ਹੈ, ਕੋਈ ਕੰਮ ਨਹੀਂ ਹੈ, ਜਿੰਨੀ ਦੇਰ ਤੱਕ ਇਹ ਪਰਮੇਸ਼ਰ ਦੇ ਨਾਲ ਆਪਣੀ ਸੁਰਤ ਨੂੰ ਜਿਹੜਾ ਹੈ ਉਹ ਨਹੀਂ ਜੀ ਜੋੜਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸ਼ਿੰਗਾਰ ਕਰਨਾ ਹੈ ਤੇ ਕਿਹੋ ਜਿਹਾ ਕਰ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪੈਰੇ, ਰਾਵੇ ਲਾਲ ਪਿਆਰੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਨੂੰ ਮੋਤੀਆਂ ਦੀ ਤਰ੍ਹਾਂ ਬਣਾ ਲੈ ਤੇ ਉਹ ਗਹਿਣਾ ਬਣਾ ਲੈ, ਖਿਮਾ ਦਾ ਗੁਣ ਆਪਣੇ ਸ਼ਿੰਗਾਰ ਦਾ ਹਿੱਸਾ ਬਣਾ ਲੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਤੇਰੀ ਪਰਮੇਸ਼ਰ ਦੇ ਨਾਲ ਜਿਹੜੀ ਹੈ ਉਹ ਨੇੜਤਾ ਹੋ ਜਾਵੇਗੀ। ਜਿਤ ਦਿਨ ਦੇ ਬਿਨ ਸਸੀ, ਤਿਤ ਵੇਲੇ ਕਹਿਸਣ ਪ੍ਰੇਤ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਦਿਨ ਤੇਰੇ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਵਕਤ ਜਿਹੜਾ ਹੈ ਤੇਰੇ ਆਪਣੇ ਹੀ ਘਰ ਵਾਲਿਆਂ ਨੇ ਤੈਨੂੰ ਗੁਜ਼ਰਿਆ ਹੋਇਆ ਕਹਿ ਦੇਣਾ। ਇੱਥੇ ਪ੍ਰੇਤ ਦਾ ਅਰਥ ਹੈ ਗੁਜ਼ਰਿਆ ਹੋਇਆ, ਅਪਵਿੱਤਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਅੱਤ ਦਾ ਨਜ਼ਦੀਕ ਜਿਹੜਾ ਰਿਸ਼ਤਾ ਹੈ ਨਾ ਉਹ ਵੀ ਤੇਰੇ ਕੋਲ ਨਹੀਂ ਜੇ ਟੁਕਦਾ। ਭਾਵੇਂ ਪਤਨੀ ਚੜ੍ਹਾਈ ਕਰ ਜਾਵੇ ਤੇ ਭਾਵੇਂ ਪਤੀ ਚੜ੍ਹਾਈ ਕਰ ਜਾਵੇ, ਇਸ ਤੋਂ ਉਲਟ ਜਿਹੜਾ ਰਿਸ਼ਤਾ ਹੈ ਉਹ ਫਿਰ ਪ੍ਰੇਤ ਕਰਕੇ ਭੱਜਣ ਲੱਗ ਪੈਂਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਘਰ ਕੀ ਨਾਰ ਬਹੁਤ ਹਿਤ ਚਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏ ਕਾਇਆ, ਪ੍ਰੇਤ ਕਰ ਭਾਗੀ। ਫਿਰ ਤੇ ਗੁਜ਼ਰਿਆ ਹੋਇਆ ਕਹਿ ਕੇ ਦੂਰ ਹੋ ਜਾਂਦਾ ਹੈ। ਤੇ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਜਿੰਦ ਇਹਦੇ ਵਿੱਚੋਂ ਕੱਢ ਕੇ ਲੈ ਕੇ ਗਏ ਤੇ ਫਿਰ ਕਿਸੇ ਨੂੰ ਭੇਦ ਨਹੀਂ ਜੇ ਮਿਲਣਾ ਵੀ ਇਹ ਜਿੰਦ ਜਿਹੜੀ ਹੈ ਉਹ ਕਿੱਥੇ ਗਈ ਹੈ, ਕਿਸੇ ਨੂੰ ਵੀ ਨਹੀਂ ਪਤਾ ਜੇ ਲੱਗਣਾ। ਇਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਤੇ
ਇਹੋ ਜਿਹੀ ਹਾਲਾਤ ਬਣ ਜਾਂਦੀ ਹੈ ਕਿ ਜਿਹੜੇ ਮਨੁੱਖ ਦੇ ਰਿਸ਼ਤੇਦਾਰ ਨੇ ਉਹ ਤੇ ਇਸ ਸਰੀਰ ਨੂੰ ਬਿਲੇ ਲਾ ਲੈਂਦੇ ਨੇ, ਭਾਵ ਉਹਦਾ ਕਿਰਿਆ ਕਰਮ ਕਰ ਦਿੰਦੇ ਨੇ, ਪਰ ਉਹਨਾਂ ਕਿਸੇ ਨੂੰ ਵੀ ਇਹ ਨਹੀਂ ਗੱਲ ਦਾ ਪਤਾ ਲੱਗਦਾ ਵੀ ਇਹਦੇ ਵਿੱਚੋਂ ਜਿੰਦ ਨਿਕਲ ਕੇ ਕਿੱਥੇ ਗਈ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਹ ਸੁੱਟੀਐ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਏ। ਸਾਹਿਬ ਕਹਿਣ ਲੱਗੇ ਫਿਰ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਇਹ ਜੀਵ ਕਿੱਥੇ ਗਿਆ। ਕੋਈ ਇਸ ਨੂੰ ਸਾੜ ਦਿੰਦਾ, ਕੋਈ ਦੱਬ ਦਿੰਦਾ, ਕੋਈ ਪਾਣੀ ਦੇ ਵਿੱਚ ਸੁੱਟ ਦਿੰਦਾ, ਕਈ ਫਿਰ ਸੁੱਕੇ ਖੂਹ ਦੇ ਉੱਤੇ ਸਰੀਰ ਰੱਖ ਦਿੰਦੇ ਨੇ ਤੇ ਜੀਵ ਜੰਤੂ ਕਾਵਾਂ ਇੱਲਾਂ ਖਾ ਲੈਂਦੀਆਂ ਨੇ। ਪਰ ਸਾਹਿਬ ਕਹਿਣ ਲੱਗੇ, ਨਾਨਕ ਏਵ ਨਾ ਜਾਪੇ, ਕਿੱਥੇ ਜਾਏ ਸਮਾਏ, ਉਹਦੀ ਜਿੰਦ ਕਿੱਥੇ ਗਈ ਹੈ ਇਹ ਕਿਸੇ ਨੂੰ ਨਹੀਂ ਜੇ ਪਤਾ ਲੱਗਦਾ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਛੱਡ ਖੜੋਤੇ ਖਿਨੇ ਮਾਹੇ, ਉਹ ਜੀਵ ਜਿਹੜੇ ਨੇ ਖਿੰਨ ਦੇ ਵਿੱਚ ਛੱਡ ਕੇ ਦੂਰ ਚਲੇ ਜਾਂਦੇ ਨੇ, ਜਿਨ੍ਹਾਂ ਦੇ ਨਾਲ ਜੀਵ ਨੇ ਆਪਣਾ ਹਿੱਤ ਪਾਇਆ ਹੁੰਦਾ ਹੈ, ਪਿਆਰ ਪਾਇਆ ਹੁੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਇੱਥੋਂ ਤੱਕ ਜੀਵ ਨੂੰ ਸਮਝਾਉਂਦਿਆਂ ਹੋਇਆਂ ਉਦਾਹਰਨ ਦਿੰਦੇ ਨੇ ਕਿ ਜਿਹੜੀ ਸਰੀਰ ਦੇ ਵਿੱਚ ਜਿੰਦ ਵਸਦੀ ਹੈ ਨਾ, ਉਹ ਜਿੰਦ ਵੀ ਸਰੀਰ ਨੂੰ ਦੱਸਦੀ ਨਹੀਂ ਹੈ ਵੀ ਮੈਂ ਹੁਣ ਚੱਲੀ ਹਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਮਾਰੂ ਰਾਗ ਦੇ ਵਿੱਚ ਸਾਡੇ ਸਨਮੁਖ ਉਹ ਦ੍ਰਿਸ਼ਟਾਂਤ ਦੱਸਿਆ, ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ, ਬਚਨ ਦੇ ਛੋੜ ਨਾ ਜਾਸਾ ਹੈ। ਧਨ ਕਹਿੰਦੇ ਨੇ ਸਰੀਰ ਨੂੰ, ਧਨ ਸਰੀਰ ਕਹਿੰਦਾ ਹੈ ਪ੍ਰੈ ਆਤਮਾ ਨੂੰ ਵੀ ਤੇਰੇ ਨਾਲ ਹੀ ਮੇਰੀ ਕਦਰ ਕੀਮਤ ਹੈ, ਤੂੰ ਵਸਦੀ ਹੈ ਤੇ ਲੋਕ ਮੇਰੀ ਕਦਰ ਕਰਦੇ ਹਾਂ, ਤੇਰੇ ਤੋਂ ਬਿਨਾ ਮੈਨੂੰ ਕੋਈ ਪੁੱਛਦਾ ਨਹੀਂ, ਇਸ ਕਰਕੇ ਤੂੰ ਮੈਨੂੰ ਵਾਅਦਾ ਕਰ ਕਿ ਤੂੰ ਮੈਨੂੰ ਛੱਡ ਕੇ ਜਿਹੜਾ ਹੈ ਉਹ ਨਹੀਂ ਜਾਵੇਂਗਾ। ਪਰ ਅੱਗਿਓਂ ਜਿਹੜਾ ਪ੍ਰਇਆ, ਅੱਗਿਓਂ ਜਿਹੜੀ ਆਤਮਾ ਕਹਿੰਦੀ ਹੈ, ਫਿਰ ਕਿਹਾ ਹੋ ਹੁਕਮੀ ਬੰਦਾ, ਉਹ ਭਾਰੋ ਠਾਕਰ ਜਿਸ ਕਾਣ ਨਾ ਛੰਦਾ, ਜਿਚਰ ਰਾਖੇ ਤੇਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਅੱਗਿਓਂ ਆਤਮਾ ਕਹਿੰਦੀ ਹੈ ਵੀ ਮੈਂ ਤੇ ਉਸ ਮਾਲਕ ਦਾ ਹੁਕਮ ਦੇ ਵਿੱਚ ਆਇਆ, ਤੇ ਜਿੱਦਣ ਉਹਨੇ ਹੁਕਮ ਦਾ ਸੱਦਾ ਮੈਨੂੰ ਦੇ ਦਿੱਤਾ ਤੇ ਪਰਤ ਕੇ ਮੈਂ ਚਲੇ ਜਾਣਾ, ਮੈਂ ਉਨੀ ਦੇਰ ਤੇਰੇ ਕੋਲਾਂ ਜਿੰਨੀ ਦੇਰ ਤੱਕ ਉਸ ਮਾਲਕ ਨੇ ਮੈਨੂੰ ਹੁਕਮ ਕੀਤਾ ਹੈ। ਜੋ ਪ੍ਰੈ ਬਚਨ ਕਹੇ ਧਨ ਸਾਚੇ, ਧਨ ਕਛੂ ਨ ਸਮਝੇ ਚੰਚਲ ਕਾਚੇ, ਬਹੁਰ ਬਹੁਰ ਫਿਰ ਹੀ ਸੰਗ ਮੰਗੈ, ਉਹ ਬਾਤ ਜਾਣੀ ਕਰ ਹਾਸਾ ਹੈ। ਆਈ ਆਗਿਆ ਫਿਰੇ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਠ ਸਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਜੀਓ। ਉਸ ਨੂੰ ਹੁਕਮ ਹੋਇਆ ਤੇ ਜਿਹੜੀ ਜਿੰਦ ਸੀ, ਆਤਮਾ ਜਿਹੜੀ ਹੈ ਸਰੀਰ ਨੂੰ ਛੱਡ ਕੇ ਚਲੀ ਗਈ, ਉਹਨੇ ਸਰੀਰ ਨੂੰ ਜਿਹੜਾ ਸੀ ਉਹ ਪੁੱਛਿਆ ਤੱਕ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੱਥ ਮਰੋੜੈ ਤਨ ਕਪੈ, ਸਿਆਹੂ ਹੋਆ ਸੇਤ। ਜਦੋਂ ਫਿਰ ਇਹੋ ਜਿਹੀ ਹਾਲਾਤ ਬਣਦੀ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨੁੱਖ ਹੱਥ ਮਰੋੜਦਾ ਹੈ, ਉਹਦਾ ਤਨ ਜਿਹੜਾ ਹੈ ਨਾ ਉਹ ਕੰਬਦਾ ਹੈ, ਤੇ ਉਹਦੇ ਸਰੀਰ ਦੇ ਜਿਹੜੇ ਰੰਗ ਨੇ ਉਹ ਕਾਲਾ ਤੇ ਕਦੇ ਚਿੱਟਾ, ਭਾਵ ਉਹਦੇ ਸਰੀਰ ਦੇ, ਉਹਦੇ ਚਿਹਰੇ ਦੇ ਰੰਗ ਜਿਹੜੇ ਨੇ ਉਹ ਬਦਲਦੇ ਨੇ, ਕਿਉਂਕਿ ਜਿੰਦ ਨਿਕਲਦੀ ਹੈ ਬੜੀ ਔਖੀ ਨਿਕਲਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿੱਤ ਦਿਹਾੜੇ ਧਨ ਵਰੀ, ਸਾਹੇ ਲਈ ਲਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ। ਕਹਿਣ ਲੱਗੇ ਵੀ ਉਹ ਜਿੰਦ ਨਿਕਲ ਜਾਂਦੀ ਹੈ ਪਰ ਸਰੀਰ ਜਿਹੜਾ ਕੁਝ ਨਹੀਂ ਜੇ ਕਰ ਸਕਦਾ। ਅੱਗੇ ਸਾਹਿਬ ਕਹਿੰਦੇ ਨੇ, ਜਿਹਾ ਬੀਜੇ ਸੋ ਲੂਣੈ, ਕਰਮਾ ਸੰਦੜਾ ਖੇਤ। ਸਾਹਿਬ ਕਹਿਣ ਲੱਗੇ, ਜਿਹੋ ਜਿਹਾ ਤੂੰ ਬੀਜੇਗਾ ਉਹੋ ਜਿਹਾ ਤੈਨੂੰ ਵੱਢਣਾ ਪੈਣਾ ਹੈ। ਲੂਣੇ ਦਾ ਮਤਲਬ ਵੱਢਣਾ। ਜਿਹਾ ਬੀਜੇ ਸੋ ਲੂਣੇ, ਕਰਮਾ ਸੰਦੜਾ ਖੇਤ। ਇਹ ਸਰੀਰ ਰੂਪੀ
ਕਰਮਾ ਰੂਪੀ ਖੇਤ ਹੈ, ਇਹਦੇ ਵਿੱਚ ਜਿਹੋ ਜਿਹਾ ਬੀਜੇਗਾ, ਸਾਹਿਬ ਕਹਿਣ ਲੱਗੇ ਉਹੋ ਜਿਹਾ ਤੈਨੂੰ ਵੱਢਣਾ ਪੈਣਾ ਹੈ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਨਾਨਕ ਪ੍ਰਭ ਸ਼ਰਨਾਗਤੀ, हे ਨਾਨਕ ਮੈਂ ਪ੍ਰਭੂ ਦੀ ਸ਼ਰਨ ਦੇ ਵਿੱਚ ਆਇਆ, ਕਿਉਂਕਿ ਉਹ ਪਰਮੇਸ਼ਰ ਚਰਨ ਬੋਹਿਤ ਪ੍ਰਭ ਦੇਤ। ਬੋਹਿਤ ਦਾ ਮਤਲਬ ਹੁੰਦਾ ਹੈ ਸਮੁੰਦਰ ਦੇ ਵਿੱਚ ਚੱਲਣ ਵਾਲਾ ਜਹਾਜ਼। ਇਹ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਕਰਨ ਵਾਲਾ ਉਹ ਗੁਰੂ ਜਿਹੜਾ ਹੈ, ਉਹ ਪਰਮੇਸ਼ਰ ਜਿਹੜਾ ਹੈ, ਉਹ ਇੱਕ ਜਹਾਜ਼ ਹੈ। ਤੇ ਸਾਹਿਬ ਕਹਿਣ ਲੱਗੇ ਉਹਦੀ ਸ਼ਰਨ ਦੇ ਵਿੱਚ ਆ ਜਾ। ਔਰ ਜਿਹੜੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ, ਪਰਮੇਸ਼ਰ ਦੀ ਓਟ ਆਸਰਾ ਤੱਕ ਲੈਂਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ, ਕਿਉਂਕਿ ਉਹ ਪਰਮੇਸ਼ਰ ਦੇ ਸ਼ਰਨ ਦੇ ਵਿੱਚ ਆਇਆ ਸਭ ਕੁਝ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਪਰਮੇਸ਼ਰ ਤੇ ਜਹਾਜ਼ ਰੂਪੀ ਹੈ। ਤਰਨ ਸਾਗਰ ਬੋਹਿਤ ਚਰਨ ਤੁਮਾਰੇ, ਤੁਮ ਜਾਨੂ ਆਪਣੀ ਭਾਤੇ। ਕਰ ਕਿਰਪਾ ਜਿਸ ਰਾਖੋ ਸੰਗੇ, ਤੇ ਪਾਰ ਪਰਾਤੇ। ਕਹਿੰਦੇ ਨੇ ਉਹ ਤੇ ਪਾਰ ਪਾ ਦਿੰਦਾ ਗੁਰੂ। ਤੇ ਅਖੀਰ ਵਿੱਚ ਸਾਹਿਬ ਕਹਿੰਦੇ ਨੇ ਸੇ ਪਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਸਾਹਿਬ ਕਹਿੰਦੇ ਨੇ ਸੇ ਉਹ ਮਨੁੱਖ ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹ ਨਰਕ ਦੇ ਵਿੱਚ ਨਹੀਂ ਪੈਂਦੇ, ਦੁੱਖਾਂ ਦੇ ਵਿੱਚ ਨਹੀਂ ਜੇ ਪੈਂਦੇ, ਕਿਉਂਕਿ ਗੁਰ ਰੱਖਣ ਵਾਲਾ ਹੇਤ। ਗੁਰੂ ਜਿਹੜਾ ਹੈ ਉਹਨਾਂ ਦੇ ਵੱਲ ਹੋ ਕਰਕੇ ਉਹਨਾਂ ਨੂੰ ਰੱਖ ਲੈਂਦਾ ਹੈ, ਕਿਉਂਕਿ ਗੁਰੂ ਜਿਹੜਾ ਹੈ ਉਹ ਜੀਵ ਨੂੰ ਨਰਕਾਂ ਦੇ ਵਿੱਚ ਨਹੀਂ ਜੇ ਪੈਣ ਦਿੰਦਾ, ਦੁੱਖਾਂ ਦੇ ਵਿੱਚ ਨਹੀਂ ਜੇ ਪੈਣ ਦਿੰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ, ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ, ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਕਹਿਣ ਲੱਗੇ ਵੀ ਉਹ ਤੇ ਨਿਰਮਲ ਹੋ ਜਾਂਦਾ, ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀ ਹੈ, ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਦ ਪੁੰਚੀ ਹੈ। ਉਹ ਜੀਵ ਉਹਨਾਂ ਨੂੰ ਲੇਖਾ ਵੀ ਨਹੀਂ ਪੁੱਛਿਆ ਜਾਂਦਾ। ਉਹਨਾਂ ਦੇ ਤੇ ਜਿਹੜੇ ਗੁਰੂ ਦੇ ਭੰਡਾਰੇ ਨੇ, ਪਰਮੇਸ਼ਰ ਦੇ ਨੌ ਨਿਦ ਭੰਡਾਰੇ ਨੇ, ਉਹ ਵਰਤਣ ਵਾਸਤੇ ਮਿਲ ਜਾਂਦੇ ਨੇ। ਜੀਵ ਖੁਸ਼ੀ ਦੇ ਨਾਲ ਵਰਤਦਾ ਹੈ, ਕਿਉਂਕਿ ਉਹਨਾਂ ਨੂੰ ਕੋਈ ਮਸ਼ੰਦਗੀ ਨਹੀਂ ਰਹਿੰਦੀ। ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਜਿਹਦੇ ਉੱਤੇ ਉਹ ਮਾਲਕ ਮਿਹਰ ਕਰ ਦਿੰਦਾ, ਉਹਨੂੰ ਬੰਦਗੀ ਦੀ ਦਾਤ ਬਖਸ਼ਿਸ਼ ਕਰ ਦਿੰਦਾ, ਉਹਨੂੰ ਕਿਸੇ ਦੀ ਮੁਹਤਾਜੀ, ਉਹਨਾਂ ਨੂੰ ਕਿਸੇ ਦੀ ਮੋਸ਼ੰਦਗੀ ਨਹੀਂ ਜੇ ਰਹਿੰਦੀ। ਸਤਿਗੁਰੂ ਮਹਾਰਾਜ ਅੱਜ ਦੇ ਪਾਵਨ ਬਚਨ ਦੇ ਵਿੱਚ ਇਹੀ ਗੱਲ ਕਹਿੰਦੇ ਨੇ, ਜੇ ਤੂੰ ਪਰਮੇਸ਼ਰ ਦੇ ਨਾਲੋਂ ਟੁੱਟ ਗਿਆ, ਭਰਮ ਦੇ ਵਿੱਚ ਪੈ ਗਿਆ ਜਾਵੇਂਗਾ, ਪਰਮੇਸ਼ਰ ਦੇ ਨਾਲੋਂ ਟੁੱਟਿਆ ਤੇ ਉਹਦੀ ਬਣਾਈ ਹੋਈ ਕੁਦਰਤ, ਉਹਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਦੇ ਨਾਲ ਜੁੜ ਗਿਆ, ਤੇ ਤੂੰ ਫਿਰ ਭਰਮ ਦੇ ਵਿੱਚ ਰਹਿ ਕੇ ਜ਼ਿੰਦਗੀ ਦੁੱਖਾਂ ਦੇ ਨਾਲ ਗਵਾਵੇਂਗਾ। ਜ਼ਿੰਦਗੀ ਦੇ ਵਿੱਚ ਤੈਨੂੰ ਅਖੀਰ ਪਛਤਾਉਣਾ ਪਏਗਾ। ਦੁਨੀਆ ਦੇ ਅੰਦਰ ਦਿਸਦੇ ਹੋਏ ਇਹ ਸਥੂਲ ਵਸਤੂਆਂ, ਉਹ ਭਾਵੇਂ ਸ਼ਰੀਕ ਸੰਬੰਧੀ ਹੋਵਣ, ਉਹ ਭਾਵੇਂ ਪਰਿਵਾਰਕ ਹੋਵਣ, ਤੇ ਮਾਇਆ ਦਾ ਰੂਪ ਕੋਈ ਹੋਰ ਹੋਵੇ, ਉਹ ਤੇਰੇ ਸਾਥ ਕਦੀ ਨਹੀਂ ਚੱਲਣਾ। ਸਾਥ ਕੇਵਲ ਪਰਮੇਸ਼ਰ ਦਾ ਨਾਮ ਚੱਲਣਾ ਹੈ। ਜਿਹੋ ਜਿਹਾ ਜ਼ਿੰਦਗੀ ਦੇ ਵਿੱਚ ਤੂੰ ਕਰਮਾ ਰੂਪੀ ਬੀਜ ਬੀਜੇਗਾ, ਉਹੋ ਜਿਹਾ ਤੈਨੂੰ ਵੱਢਣਾ ਪਏਗਾ। ਜੇ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਗੁਰੂ ਤੈਨੂੰ ਪਾਰ ਕਰ ਦੇਵੇਗਾ, ਤੇ ਫਿਰ ਤੈਨੂੰ ਦੁੱਖਾਂ ਦੇ ਵਿੱਚੋਂ ਕੱਢ ਕੇ ਸੁੱਖਾਂ ਦੇ ਘਰ ਦੇ ਵਿੱਚ ਪਰਮੇਸ਼ਰ ਜਿਹੜਾ ਹੈ ਉਹ ਪਹੁੰਚਾ ਦੇਵੇਗਾ। ਸਤਿਗੁਰੂ ਦੀ ਕਿਰਪਾ ਕਰਨ ਅਸੀਂ ਵੀ ਗੁਰੂ ਦੱਸੇ ਮਾਰਗ ਦੇ ਉੱਤੇ ਚੱਲੀਏ, ਸਾਡੇ ਦੁੱਖ ਕੱਟੇ ਜਾਵਣਗੇ ਤੇ ਅਸੀਂ ਸੁੱਖਾਂ ਦੇ ਘਰ ਵਿੱਚ ਆ ਜਾਵਾਂਗੇ। ਸਾਡੇ ਘਰਾਂ ਦੇ ਵਿੱਚ ਸੁੱਖ ਤੇ ਆਨੰਦ ਬਣ ਆਵੇਗਾ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।